ਓਮ ਸ਼ਾਂਤੀ। ਅੱਜ ਬਾਬਾ ਦੇ 23/10/2020 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਸ੍ਰੇਸ਼ਟ ਤੇ ਸ੍ਰੇਸ਼ਟ ਬਣਨ ਦੇ ਲਈ ਖੁਦ ਭਗਵਾਨ ਤੁਹਾਨੂੰ ਸ੍ਰੇਸ਼ਟ ਮੱਤ ਦੇ ਰਹੇ ਹਨ, ਜਿਸ ਨਾਲ ਤੁਸੀਂ ਨਰਕਵਾਸੀ ਤੋਂ ਸਵਰਗਵਾਸੀ ਬਣ ਜਾਂਦੇ ਹੋ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਦੇਵਤਾ ਬਣਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਉੱਤਰ ਵਿੱਚ ਬਾਬਾ ਨੇ ਕਿਹਾ, ਕਦੇ ਕੋਈ ਗੱਲ ਵਿੱਚ ਰੁੱਸਣਾ ਨਹੀਂ ਹੈ, ਸ਼ਕਲ ਮੁਰਦੇ ਵਰਗੀ ਨਹੀਂ ਬਣਾਉਣੀ ਹੈ, ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਦੇਵਤਾ ਬਣਨਾ ਹੈ ਤਾਂ ਮੂੰਹ ਤੋਂ ਸदैव ਫੁੱਲ ਨਿਕਲਣ, ਮਨਾ ਗਿਆਨ ਰਤਨ ਮਿੱਠੇ ਬੋਲ ਨਿਕਲਣ। ਜੇ ਕੰਡੇ ਜਾਂ ਪੱਥਰ ਨਿਕਲਦੇ ਹਨ ਤਾਂ ਪੱਥਰ ਦੇ ਪੱਥਰ ਹੀ ਠਹਿਰੇ। ਗੁਣ ਬਹੁਤ ਅੱਛੇ ਧਾਰਨ ਕਰਨੇ ਹਨ, ਇੱਥੇ ਹੀ ਸਰਵਗੁਣ ਸੰਪੰਨ ਬਣਨਾ ਹੈ। ਸਜ਼ਾ ਖਾਓਗੇ ਤਾਂ ਫਿਰ ਪਦ ਵਧੀਆ ਨਹੀਂ ਮਿਲੇਗਾ। ਓਮ ਸ਼ਾਂਤੀ। ਨਵੇਂ ਵਿਸ਼ਵ ਅਤੇ ਨਵੀਂ ਦੁਨੀਆ ਦੇ ਮਾਲਿਕ ਬਣਨ ਵਾਲੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਇਹ ਤਾਂ ਬੱਚੇ ਸਮਝਦੇ ਹਨ ਕਿ ਬਾਪ ਆਏ ਹਨ ਬੇਹੱਦ ਦਾ ਵਰਸਾ ਦੇਣ ਦੇ ਲਈ। ਅਸੀਂ ਲਾਇਕ ਨਹੀਂ ਸੀ, ਕਹਿੰਦੇ ਹਨ, ਹੇ ਪ੍ਰਭੂ, ਮੈਂ ਲਾਇਕ ਨਹੀਂ ਹਾਂ, ਮੈਨੂੰ ਲਾਇਕ ਬਣਾਓ। ਬਾਬਾ ਬੱਚਿਆਂ ਨੂੰ ਸਮਝਾਉਂਦੇ ਹਨ, ਤੁਸੀਂ ਮਨੁੱਖ ਤਾਂ ਹੋ ਨਾ, ਇਹ ਦੇਵਤੇ ਵੀ ਮਨੁੱਖ ਹਨ, ਪਰੰਤੂ ਇਹਨਾਂ ਵਿੱਚ ਦੈਵੀ ਗੁਣ ਹਨ। ਇਹਨਾਂ ਨੂੰ ਸੱਚਾ ਮਨੁੱਖ ਕਹਾਂਗੇ। ਮਨੁੱਖਾਂ ਵਿੱਚ ਆਸੁਰੀ ਗੁਣ ਹੁੰਦੇ ਤਾਂ ਚਲਨ ਜਾਨਵਰਾਂ ਵਰਗੀ ਹੋ ਜਾਂਦੀ ਹੈ। ਦੈਵੀ ਗੁਣ ਨਹੀਂ ਹਨ ਤਾਂ ਉਸ ਨੂੰ ਆਸੁਰੀ ਗੁਣ ਵਾਲਾ ਕਿਹਾ ਜਾਂਦਾ ਹੈ। ਹੁਣ ਫਿਰ ਬਾਪ ਤੁਹਾਨੂੰ ਸ੍ਰੇਸ਼ਟ ਦੇਵਤਾ ਬਣਾਉਂਦੇ ਹਨ। ਸੱਚਖੰਡ ਵਿੱਚ ਰਹਿਣ ਵਾਲੇ ਸੱਚੇ ਮਨੁੱਖ ਇਹ ਲਕਸ਼ਮੀ ਨਾਰਾਇਣ ਹਨ। ਇਹਨਾਂ ਨੂੰ ਫਿਰ ਦੇਵਤਾ ਕਿਹਾ ਜਾਂਦਾ ਹੈ। ਇਹਨਾਂ ਵਿੱਚ ਦੈਵੀ ਗੁਣ ਹਨ। ਬੇਸ਼ੱਕ ਗਾਉਂਦੇ ਵੀ ਹਨ ਕਿ ਹੇ ਪਤਿਤ ਪਾਵਨ ਆਓ, ਪਰੰਤੂ ਪਾਵਨ ਰਾਜਾਏ ਕਿਵੇਂ ਹੁੰਦੇ ਹਨ, ਫਿਰ ਪਤਿਤ ਰਾਜੇ ਕਿਵੇਂ ਹੁੰਦੇ ਹਨ? ਇਹ ਕੋਈ ਰਾਜ ਨਹੀਂ ਜਾਣਦੇ, ਉਹ ਹੈ ਭਗਤੀ ਮਾਰਗ। ਗਿਆਨ ਨੂੰ ਤਾਂ ਕੋਈ ਜਾਣਦੇ ਹੀ ਨਹੀਂ। ਤੁਹਾਨੂੰ ਬੱਚਿਆਂ ਨੂੰ ਬਾਬਾ ਸਮਝਾਉਂਦੇ ਹਨ ਅਤੇ ਇਹੋ ਜਿਹਾ ਬਣਾਉਂਦੇ ਹਨ। ਕਰਮ ਤਾਂ ਇਹ ਦੇਵਤੇ ਵੀ ਸਤਯੁਗ ਵਿੱਚ ਕਰਦੇ ਹਨ, ਪਰੰਤੂ ਪਤਿਤ ਕਰਮ ਨਹੀਂ ਕਰਦੇ। ਉਹਨਾਂ ਵਿੱਚ ਦੈਵੀ ਗੁਣ ਹਨ। ਛੀ ਮਾਨਾ ਗੰਦੇ ਕੰਮ ਨਾ ਕਰਨ ਵਾਲੇ ਹੀ ਸਵਰਗਵਾਸੀ ਬਣਦੇ ਹਨ। ਨਰਕਵਾਸੀ ਦੇ ਵਿੱਚ ਮਾਇਆ ਛੀ ਕੰਮ ਕਰਾਉਂਦੀ ਹੈ। ਨਰਕਵਾਸੀਆਂ ਤੋਂ ਮਾਇਆ ਛੀ ਕਰਮ ਕਰਾਉਂਦੀ ਹੈ। ਹੁਣ ਭਗਵਾਨ ਬੈਠ ਸ੍ਰੇਸ਼ਟ ਕੰਮ ਕਰਾਉਂਦੇ ਹਨ ਅਤੇ ਸ੍ਰੇਸ਼ਟ ਮੱਤ ਵੀ ਦਿੰਦੇ ਹਨ ਕਿ ਛੀ ਕੰਮ ਨਾ ਕਰੋ, ਕੋਈ ਵੀ ਗਲਤ ਕਰਮ ਗੰਦਾ ਕੰਮ ਨਾ ਕਰੋ। ਸ੍ਰੇਸ਼ਟ ਤੇ ਸ੍ਰੇਸ਼ਟ ਬਣਨ ਦੇ ਲਈ ਸ੍ਰੇਸ਼ਟ ਤੇ ਸ੍ਰੇਸ਼ਟ ਮੱਤ ਦਿੰਦੇ ਹਨ। ਦੇਵਤਾਏ ਸ੍ਰੇਸ਼ਟ ਹਨ ਨਾ, ਰਹਿੰਦੇ ਵੀ ਹਨ ਨਵੀਂ ਦੁਨੀਆ ਸਵਰਗ ਵਿੱਚ। ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹਨ ਕਿ ਮਾਲਾ ਵੀ ਬਣਦੀ ਹੈ। 8 ਦੀ 108 ਦੀ ਕਰਕੇ 16,108 ਦੀ ਵੀ ਕਹਾਂਗੇ। ਫਿਰ ਵੀ ਕੀ ਹੋਇਆ, ਇੰਨੇ ਕਰੋੜ ਮਨੁੱਖ ਹਨ ਤਾਂ ਇਸ ਵਿੱਚ 16,000 ਨਿਕਲੇ ਤਾਂ ਕੀ ਹੋਇਆ, 0.5% ਵੀ ਨਹੀਂ ਕਹਾਂਗੇ। ਬਾਬਾ ਬੱਚਿਆਂ ਨੂੰ ਕਿੰਨਾ ਉੱਚਾ ਬਣਾਉਂਦੇ ਹਨ। ਰਾਜ ਬੱਚਿਆਂ ਨੂੰ ਰੋਜ਼ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਬੱਚੇ,
ਕੋਈ ਵੀ ਵਿਕਰਮ ਨਾ ਕਰੋ, ਕੋਈ ਵੀ ਪਾਪ ਕਰਮ ਨਾ ਕਰੋ। ਤੁਹਾਨੂੰ ਇਹੋ ਜਿਹਾ ਬਾਪ ਮਿਲਿਆ ਹੈ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਨਾ। ਤੁਸੀਂ ਸਮਝਦੇ ਹੋ ਕਿ ਸਾਨੂੰ ਬੇਹੱਦ ਦੇ ਬਾਪ ਨੇ ਅਡਾਪਟ ਕੀਤਾ ਹੈ। ਅਸੀਂ ਉਸ ਦੇ ਬਣੇ ਹਾਂ। ਬਾਪ ਹੈ ਸਵਰਗ ਦਾ ਰਚయిਤਾ, ਤਾਂ ਏਦਾਂ ਸਵਰਗ ਦਾ ਮਾਲਿਕ ਬਣਨ ਦੇ ਲਈ ਲਾਇਕ ਸਰਵਗੁਣ ਸੰਪੰਨ ਬਣਨਾ ਪਵੇ। ਇਹ ਲక్ష్ਮੀ ਨਾਰਾਇਣ ਸਰਵਗੁਣ ਸੰਪੰਨ ਸੀ। ਇਹਨਾਂ ਦੇ ਲਾਇਕੀ ਦੀ ਮਹਿਮਾ ਕੀਤੀ ਜਾ ਸਕਦੀ ਹੈ। ਫਿਰ 84 ਜਨਮਾਂ ਤੋਂ ਬਾਅਦ ਨੀਚੇ ਆਏ। ਇੱਕ ਜਨਮ ਵੀ ਨੀਚੇ ਉਤਰੇ ਤਾਂ ਕਲਾ ਤਾਂ ਘਟ ਗਈ ਨਾ, ਹੌਲੀ ਹੌਲੀ ਘਟ ਹੁੰਦੀ ਜਾਂਦੀ ਹੈ। ਤਾਂ ਬਾਬਾ ਕਹਿੰਦੇ ਤੁਸੀਂ ਹੌਲੀ ਹੌਲੀ ਨੀਚੇ ਉਤਰਦੇ ਹੋ ਤਾਂ 1250 ਵਰਸ਼ ਵਿੱਚ 2 ਕਲਾ ਘਟ ਹੋ ਜਾਂਦੀਆਂ ਹਨ। ਫਿਰ ਰਾਵਣ ਰਾਜ ਵਿੱਚ ਜਲਦੀ ਜਲਦੀ ਕਲਾ ਘਟ ਜਾਂਦੀਆਂ ਹਨ। ਗ੍ਰਹਿਣ ਲੱਗ ਜਾਂਦਾ ਹੈ। ਬਾਬਾ ਨੇ ਸਮਝਾਇਆ ਕਿ ਜਿਵੇਂ ਸੂਰਯ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਨਾ, ਐਦਾਂ ਨਹੀਂ ਕਿ ਚੰਦਰਮਾ ਸਿਤਾਰਿਆਂ ਨੂੰ ਗ੍ਰਹਿਣ ਨਹੀਂ ਲੱਗਦਾ, ਸਭ ਨੂੰ ਪੂਰਾ ਗ੍ਰਹਿਣ ਲੱਗਦਾ ਹੈ। ਹੁਣ ਬਾਬਾ ਕਹਿੰਦੇ ਹਨ ਯਾਦ ਨਾਲ ਗ੍ਰਹਿਣ ਉਤਰੇਗਾ। ਕੋਈ ਵੀ ਪਾਪ ਕਰਮ ਨਾ ਕਰੋ। ਪਹਿਲਾ ਨੰਬਰ ਹੈ ਦੇਹ ਅਭਿਮਾਨ ਵਿੱਚ ਆਉਣਾ। ਇਹ ਬਹੁਤ ਵੱਡਾ ਪਾਪ ਹੈ। ਬੱਚਿਆਂ ਨੂੰ ਇਹ ਇੱਕ ਜਨਮ ਦੇ ਲਈ ਸਿੱਖਿਆ ਮਿਲੀ ਹੈ, ਕਿਉਂਕਿ ਦੁਨੀਆ ਨੇ ਬਦਲਣਾ ਹੈ ਨਾ। ਫਿਰ ਏਦਾਂ ਦੀ ਸਿੱਖਿਆ ਕਦੇ ਵੀ ਨਹੀਂ ਮਿਲੇਗੀ। ਅੱਗੇ ਬਾਬਾ ਦੱਸ ਰਹੇ ਹਨ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਦੈਵੀ ਗੁਣ ਧਾਰਨ ਕਰੋ। ਬਾਬਾ ਨੇ ਅੱਜ ਬਹੁਤ ਬੜੀ ਸ਼੍ਰੀਮਤ ਦਿੱਤੀ ਕਿ ਬੱਚੇ ਕੋਈ ਵੀ ਪ੍ਰਾਪਰਟੀ ਦਾ ਝਗੜਾ ਆਦਿ ਹੈ ਤਾਂ ਉਸ ਨੂੰ ਖਤਮ ਕਰ ਦਿਓ। ਝਗੜਾ ਕਰਦੇ ਕਰਦੇ ਤਾਂ ਪ੍ਰਾਣ ਵੀ ਨਿਕਲ ਜਾਣਗੇ। ਬਾਬਾ ਸਮਝਾਉਂਦੇ ਹਨ ਕਿ ਇਸ ਨੂੰ ਛੱਡਿਆ ਤਾਂ ਕੋਈ ਝਗੜਾ ਆਦਿ ਥੋੜ੍ਹੇ ਕੀਤਾ। ਬ੍ਰਹਮਾ ਬਾਬਾ ਨੇ ਛੱਡਿਆ, ਬੇਸ਼ੱਕ ਥੋੜਾ ਘੱਟ ਵੀ ਮਿਲਿਆ, ਲੇਕਿਨ ਫਿਰ ਵੀ ਬਾਬਾ ਕਹਿੰਦੇ ਬਾਬਾ ਨੇ ਝਗੜਾ ਤਾਂ ਨਹੀਂ ਕੀਤਾ ਨਾ। ਘੱਟ ਮਿਲਿਆ ਤਾਂ ਜਾਣ ਦੋ। ਬਾਬਾ ਕਹਿੰਦੇ ਉਸ ਦੇ ਬਦਲੇ ਕਿੰਨੀ ਰਾਜਾਈ ਮਿਲ ਗਈ। ਬਾਬਾ ਦੱਸਦੇ ਹਨ ਕਿ ਮੈਨੂੰ ਸਾਖਸ਼ਾਤਕਾਰ ਹੋਇਆ ਵਿਨਾਸ਼ ਅਤੇ ਰਾਜਾਈ ਦਾ, ਤਾਂ ਕਿੰਨੀ ਖੁਸ਼ੀ ਹੋ ਗਈ। ਸਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਣੀ ਹੈ ਤਾਂ ਇਹ ਸਾਰਾ ਕੁਝ ਕੀ ਹੈ? ਐਦਾਂ ਥੋੜ੍ਹੇ ਕੋਈ ਭੁੱਖ ਮਰਨਗੇ। ਥੋੜ੍ਹੇ ਜਿਹੇ ਪੈਸੇ ਦੀ ਖਾਤਰ ਪੂਰਾ ਜ਼ਿੰਦਗੀ ਕੱਢ ਦੇਣੀ ਝਗੜਿਆਂ ਦੇ ਵਿੱਚ, ਕਿੰਨੀ એનર્ਜੀ ਜਾਂਦੀ ਹੈ, ਸ਼ਕਤੀ ਜਾਂਦੀ ਹੈ। ਤਾਂ ਬਾਬਾ ਕਹਿ ਰਹੇ ਬੇਸ਼ੱਕ ਘੱਟ ਹੀ ਹੋਵੇ, ਲੇਕਿਨ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲ ਰਹੀ ਹੈ, ਤਾਂ ਇਸ ਲਈ ਝਗੜਾ ਨਹੀਂ ਕਰਨਾ, ਉਸ ਨੂੰ ਖਤਮ ਕਰ ਦਿਓ। ਬਿਨਾਂ ਪੈਸੇ ਵਾਲੇ ਪੇਟ ਤਾਂ ਭਰਦੇ ਹਨ ਨਾ। ਮੰਮਾ ਨੇ ਕੁਝ ਲਿਆਂਦਾ ਕੀ? ਕਿੰਨਾ ਮੰਮਾ ਨੂੰ ਯਾਦ ਕਰਦੇ ਹਨ। ਬਾਬਾ ਕਹਿੰਦੇ ਯਾਦ ਕਰਦੇ ਹੋ ਇਹ ਤਾਂ ਠੀਕ ਹੈ, ਪਰੰਤੂ ਹੁਣ ਮੰਮਾ ਦੇ ਨਾਮ ਰੂਪ ਨੂੰ ਯਾਦ ਨਹੀਂ ਕਰਨਾ। ਸਾਨੂੰ ਉਹਨਾਂ ਵਰਗੀ ਧਾਰਨਾ ਕਰਨੀ ਹੈ, ਮੰਮਾ ਵਰਗੇ ਬਣਨਾ ਹੈ। ਅਸੀਂ ਵੀ ਮੰਮਾ ਵਰਗੇ ਵਧੀਆ ਬਣ ਕੇ ਗੱਦੀ ਲਾਇਕ ਬਣੀਏ। ਸਿਰਫ ਮੰਮਾ ਦੀ ਮਹਿਮਾ ਕਰਨ ਨਾਲ ਥੋੜ੍ਹੀ ਕੁਝ ਹੋ ਜਾਵੇਗਾ। ਬਾਬਾ ਤਾਂ ਕਹਿੰਦੇ ਹਨ ਮਾਮੇ ਕਮ ਯਾਦ ਕਰੋ। ਯਾਦ ਦੀ ਯਾਤਰਾ ਵਿੱਚ ਰਹਿਣਾ ਹੈ। ਮੰਮਾ ਵਰਗਾ ਗਿਆਨ ਸੁਣਾਉਣਾ ਹੈ। ਮੰਮਾ ਦੀ ਮਹਿਮਾ ਦਾ ਸਬੂਤ ਉਦੋਂ ਹੋਵੇ ਜਦੋਂ ਤੁਸੀਂ ਵੀ ਏਦਾਂ ਮਹਿਮਾ ਦੇ ਲਾਇਕ ਬਣ ਕੇ ਦਿਖਾਓ। ਸਿਰਫ ਮੰਮਾ ਕਹਿਣ ਨਾਲ ਪੇਟ ਨਹੀਂ ਭਰੇਗਾ, ਹੋਰ ਹੀ ਪੇਟ ਪਿੱਠ ਨਾਲ ਲੱਗ ਜਾਵੇਗਾ। ਸ਼ਿਵ ਬਾਬਾ ਨੂੰ ਯਾਦ ਕਰਨ ਨਾਲ ਹੀ ਪੇਟ ਭਰੇਗਾ। ਇਸ ਦਾਦਾ ਨੂੰ ਵੀ ਯਾਦ ਕਰਨ ਨਾਲ ਪੇਟ ਨਹੀਂ ਭਰੇਗਾ। ਯਾਦ ਕਰਨਾ ਹੈ ਇੱਕ ਨੂੰ। ਬਲਿਹਾਰੀ ਉਸ ਇੱਕ ਦੀ ਹੈ। ਯੁਕਤੀਆਂ ਰਚਣੀਆਂ ਹਨ ਸੇਵਾ ਦੀਆਂ, ਸदैव ਮੂੰਹ ਤੋਂ ਫੁੱਲ ਨਿਕਲਣ। ਜੇ ਕੰਡੇ ਪੱਥਰ ਨਿਕਲਦੇ ਹਨ ਤਾਂ ਪੱਥਰ ਹੀ ਪੱਥਰ ਠਹਿਰੇ। ਗੁਣ ਬਹੁਤ ਵਧੀਆ ਧਾਰਨ ਕਰਨੇ ਹਨ। ਤੁਸੀਂ ਇੱਥੇ ਸਰਵਗੁਣ ਸੰਪੰਨ ਬਣਨਾ ਹੈ। ਸਜ਼ਾਵਾਂ ਖਾਵੋਗੇ ਤਾਂ ਫਿਰ ਪਦ ਵੀ ਵਧੀਆ ਨਹੀਂ ਮਿਲੇਗਾ। ਬਾਬਾ ਆਉਂਦੇ ਹਨ
ਇੱਥੇ ਬੱਚੇ ਆਉਂਦੇ ਹਨ ਬਾਪ ਤੋਂ ਡਾਇਰੈਕਟ ਸੁਣਨ ਦੇ ਲਈ। ਇੱਥੇ ਤਾਜ਼ਾ ਨਸ਼ਾ ਚੜਾਉਂਦੇ ਹਨ ਬਾਬਾ। ਸੈਂਟਰ ਤੇ ਨਸ਼ਾ ਚੜਦਾ ਹੈ, ਫਿਰ ਘਰ ਗਏ ਸੰਬੰਧੀ ਆਦਿ ਦੇਖੇ ਤਾਂ ਬਸ ਖਤਮ ਹੋ ਜਾਂਦਾ ਹੈ। ਇੱਥੇ ਤੁਸੀਂ ਸਮਝਦੇ ਹੋ ਕਿ ਅਸੀਂ ਬਾਬਾ ਦੇ ਪਰਿਵਾਰ ਵਿੱਚ ਬੈਠੇ ਹਾਂ। ਉੱਥੇ ਆਸੁਰੀ ਪਰਿਵਾਰ ਹੁੰਦਾ ਹੈ, ਕਿੰਨੇ ਝਗੜੇ ਆਦਿ ਰਹਿੰਦੇ ਹਨ। ਉੱਥੇ ਜਾਣ ਨਾਲ ਫਿਰ ਕਿੱਚੜ ਪੱਟੀ ਵਿੱਚ ਜਾ ਕੇ ਪੈਂਦੇ ਹਨ। ਇੱਥੇ ਤਾਂ ਤੁਹਾਨੂੰ ਬਾਪ ਭੁੱਲਣਾ ਨਹੀਂ ਚਾਹੀਦਾ। ਦੁਨੀਆ ਵਿੱਚ ਸੁੱਖ ਸ਼ਾਂਤੀ ਕਿਸ ਨੂੰ ਵੀ ਮਿਲ ਨਾ ਸਕੇ। ਪਵਿੱਤਰਤਾ, ਸੁੱਖ, ਸ਼ਾਂਤੀ, ਸੰਪਤੀ ਸਿਵਾਏ ਬਾਪ ਦੇ ਕੋਈ ਦੇ ਨਹੀਂ ਸਕਦਾ। ਏਦਾਂ ਨਹੀਂ ਕਿ ਬਾਪ ਕੋਈ ਆਸ਼ੀਰਵਾਦ ਕਰਨਗੇ। ਬਾਬਾ ਕਹਿੰਦੇ ਆਸ਼ੀਰਵਾਦ ਨਾਲ ਕੁਝ ਨਹੀਂ ਮਿਲਦਾ, ਇਹ ਮਨੁੱਖਾਂ ਦੀ ਭੁੱਲ ਹੈ। ਬਾਪ ਦੇਣ ਵਾਲਾ ਹੈ ਤਾਂ ਬੱਚਿਆਂ ਨੇ ਕੀ ਕਰਨਾ ਹੈ? ਪੁਰਸ਼ਾਰਥ ਕਰਨਾ ਹੈ ਅਤੇ ਵਰਸਾ ਵੀ ਪਾਉਣਾ ਹੈ। ਬਾਬਾ ਕਹਿੰਦੇ ਦੈਵੀ ਗੁਣ ਅੱਛੇ ਹੋਣੇ ਚਾਹੀਦੇ ਹਨ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ ਮੂੰਹ ਤੋਂ ਗਿਆਨ ਰਤਨ ਕੱਢਣ ਦੀ ਹੀ ਪ੍ਰੈਕਟਿਸ ਕਰਨੀ ਹੈ। ਕਦੇ ਮੂੰਹ ਤੋਂ ਕੰਡੇ ਜਾਂ ਪੱਥਰ ਨਹੀਂ ਕੱਢਣੇ ਹੈ। ਮਾਨਾ ਬੋਲਣਾ ਗਲਤ ਨਹੀਂ ਬੋਲਣਾ ਹੈ। ਆਪਣਾ ਅਤੇ ਘਰ ਦਾ ਕਲਿਆਣ ਕਰਨ ਦੇ ਲਈ ਘਰ ਵਿੱਚ ਚਿੱਤਰ ਸਜਾ ਦੇਣੇ ਹਨ। ਉਸ ਤੇ ਵਿਚਾਰ ਸਾਗਰ ਮੰਥਨ ਕਰ ਦੂਜਿਆਂ ਨੂੰ ਸਮਝਾਉਣਾ ਹੈ। ਬਿਜ਼ੀ ਰਹਿਣਾ ਹੈ। ਦੂਸਰਾ, ਬਾਬਾ ਤੋਂ ਆਸ਼ੀਰਵਾਦ ਮੰਗਣ ਦੇ ਬਜਾਏ ਉਸ ਦੀ ਸ੍ਰੇਸ਼ਟ ਮੱਤ ਤੇ ਚੱਲਣਾ ਹੈ। ਬਲਿਹਾਰਿਸ਼ ਬਾਬਾ ਦੀ ਹੈ, ਇਸ ਲਈ ਉਹਨਾਂ ਨੂੰ ਹੀ ਯਾਦ ਕਰਨਾ ਹੈ। ਇਹ ਅਭਿਮਾਨ ਨਾ ਆਵੇ ਕਿ ਅਸੀਂ ਬਾਬਾ ਨੂੰ ਇੰਨਾ ਦਿੱਤਾ ਨਹੀਂ, ਬਲਕਿ ਅਸੀਂ ਬਾਬਾ ਤੋਂ ਲੈ ਰਹੇ ਹਾਂ। ਫਿਰ ਵਰਦਾਨ ਹੈ ਵਿਸ਼ਵ ਕਲਿਆਣਕਾਰੀ ਦੀ ਉੱਚੀ ਸਟੇਜ ਤੇ ਸਥਿਤ ਰਹੇ ਵਿਨਾਸ਼ ਲੀਲਾ ਨੂੰ ਦੇਖਣ ਵਾਲੇ ਸਾਖਸ਼ੀ ਦ੍ਰਿਸ਼ਟਾ ਭਵ। ਵਿਸਤਾਰ ਵਿੱਚ ਬਾਬਾ ਨੇ ਦੱਸਿਆ ਅੰਤਿਮ ਵਿਨਾਸ਼ ਲੀਲਾ ਨੂੰ ਦੇਖਣ ਦੇ ਲਈ ਵਿਸ਼ਵ ਕਲਿਆਣਕਾਰੀ ਦੀ ਉੱਚੀ ਸਟੇਜ ਚਾਹੀਦੀ ਹੈ। ਜਿਸ ਸਟੇਜ ਤੇ ਸਥਿਤ ਹੋਣ ਨਾਲ ਦੇਹ ਦੇ ਸਾਰੇ ਆਕਰਸ਼ਣ ਅਰਥਾਤ ਸੰਬੰਧ, ਪਦਾਰਥ, ਸੰਸਕਾਰ, ਪ੍ਰਕਿਰਤੀ ਦੇ ਹਲਚਲ ਦੀ ਆਕਰਸ਼ਣ ਸਮਾਪਤ ਹੋ ਜਾਂਦੀ ਹੈ। ਜਦੋਂ ਏਦਾਂ ਦੀ ਸਟੇਜ ਹੋਵੇ ਉਦੋਂ ਸਾਖਸ਼ੀ ਦ੍ਰਿਸ਼ਟਾ ਬਣ ਉੱਪਰ ਦੀ ਸਟੇਜ ਤੇ ਸਥਿਤ ਹੋ ਸ਼ਾਂਤੀ ਦੀ ਸ਼ਕਤੀ ਦੀਆਂ ਕਿਰਨਾਂ ਸਾਰੀਆਂ ਆਤਮਾ ਦੇ ਪ੍ਰਤੀ ਦੇ ਸਕੋਗੇ। ਸਲੋਗਨ ਹੈ ਈਸ਼ਵਰੀਏ ਸ਼ਕਤੀਆਂ ਦੇ ਨਾਲ ਬਲਵਾਨ ਬਣੋ ਤਾਂ ਮਾਇਆ ਦਾ ਫੋਰਸ ਸਮਾਪਤ ਹੋ ਜਾਵੇਗਾ। ਅੱਛਾ, ਓਮ ਸ਼ਾਂਤੀ।